हाँ जी मेरे वीरो की हाल है, ठीक हो? सुनाओ सेहतां कैसियां ने? ਅਸੀਂ ਆਏ ਸਾਂ ਇੱਕ ਸ਼ੌਕ ਹੋ ਰਿਹਾ ਸੀ ਸਿਆਲਕੋਟ ਤੇ ਖਾਰੀਆਂ ਦੇ ਮਬੈਨ ਜਿੱਤੋਂ ਇੱਕ ਛੱਤ ਉਸਤਾਦ ਆਸ਼ਿਕ ਹੁਸੈਨ ਸਾਹਿਬ ਦੀ ਉੜਨੀ ਹੈ, ਦੂਸਰੀ ਸਾਈਡ ਤੋਂ ਉਸਤਾਦ ਮੀਰ ਮੁਖਤਾਰ ਪਿਪਲਾਂ ਵਾਲੇ ਜਿਹੜੇ ਨੇ ਉਹਨਾਂ ਦੀ ਛੱਤ ਉੜਨੀ ਹੈ। ਖਾਰੀਆਂ ਤੋਂ ਹੋ ਗਿਆ, ਖਾਰੀਆਂ ਤੋਂ ਹੋ ਗਿਆ, ਦੱਸ ਦਿੱਤਾ ਗਿਆ। ਤੇ ਜੇਲਮ ਤੋਂ ਉਸਤਾਦ ਰਾਜਾ ਇਫਤਿਹਾਰ ਕਾਕਾ ਸਾਹਿਬ ਦੇ ਵੀ ਇਹ ਸ਼ੌਕ ਹੈ, ਨਾਲ ਇਕੱਠੇ ਕਰ ਰਹੇ ਨੇ। ਤੇ ਟੁਰਦਿਆਂ ਜ਼ਰਾ ਸਾਡੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਮਾਰੋ ਤਾਂ ਕਿ ਹੋਰ ਦੋਸਤ ਵੀ ਜੁੜ ਸਕਣ। ਗੱਲਬਾਤ ਕਰਨੀ ਹੈ ਥੋੜੀ ਸਾਰੀ ਕਿ ਬੜੇ ਪਿਆਰ ਨਾਲ ਮੁਤਫਿਕਾ ਤੌਰ ਤੇ ਕੁਝ ਜਿਹੜੇ ਕਵਾਨੀਨ 'ਚ ਤਬਦੀਲੀ ਕੀਤੀ ਗਈ ਹੈ, ਜਿਹੜੀ ਅਸੀਂ ਇਹ ਕਾਬਿਲ ਇਹਤਰਾਮ ਉਸਤਾਦਾਂ ਨੂੰ ਪੁੱਛਾਂਗੇ ਕਿ ਜਿਹੜੀ ਸਿਰਫ ਉਹਨਾਂ ਆਪਣੇ ਸ਼ੌਕ ਵਾਸਤੇ ਜਿਹੜਾ ਇੱਕ ਦੂਸਰੇ ਨੂੰ ਦਾਵਤ ਸ਼ੌਕ ਦਿੱਤਾ ਹੈ, ਉਹਦੇ ਵਿੱਚ ਉਹਨਾਂ ਕੋਲ ਰੂਲਸ ਜਿਹੜੇ ਨੇ ਚੇਂਜ ਕੀਤੇ ਨੇ। ਬੜੇ ਅੱਛੀ ਮੁਸ਼ਾਵਰਤ ਕਰਕੇ ਮੁਤਫਿਕਾ ਤੌਰ ਤੇ ਪਿਆਰ ਨਾਲ ਉਹ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ। ਤੁਸੀਂ ਜ਼ਰਾ ਅੱਗੇ ਚਲੇ ਜਾਓ ਥੋੜਾ ਸਾ ਜੀ, ਤੁਸੀਂ ਕੋਲ ਹੋ ਜਾਓ ਥੋੜਾ ਜਿਹਾ, ਅੰਦਰ ਆ ਜਾਓ। ਤੇ ਅਸੀਂ ਉਹ ਜਿਹੜੇ ਰੂਲਸ ਨੇ ਉਹ ਡਿਸਕਸ ਕਰਨੇ ਆ। ਤੇ ਸਾਡੀ ਵੀਡੀਓ ਨੂੰ ਇੱਕ ਦਫਾ ਲਾਈਕ ਐਂਡ ਸ਼ੇਅਰ ਮਾਰੋ ਸਭ ਦੋਸਤ ਵਾਰੀ ਤਾਂ ਕਿ ਹੋਰ ਦੋਸਤ ਸਾਡੇ ਨਾਲ ਜੁੜ ਸਕਣ ਤੇ ਇਸ ਸ਼ੌਕ ਨੂੰ ਜਿਹੜਾ ਇਹ ਸੁਣ ਸਕਣ ਤੇ ਦੇਖ ਸਕਣ। ਤੇ ਤਿੰਨੇ ਹੀ ਉਸਤਾਦ ਜਿਹੜੇ ਨੇ ਕਿਸੇ ਤਾਰਫ ਦੇ ਮੁਹਤਾਜ ਤੇ ਹੈ ਨਹੀਂ ਕਿ ਉਹਨਾਂ ਦਾ ਤਾਰਫ ਤੁਹਾਡੇ ਨਾਲ ਕਰਾਇਆ ਜਾਏ। ਉਸਤਾਦ ਆਸ਼ਿਕ ਹੁਸੈਨ ਸਾਹਿਬ ਸਿਆਲਕੋਟ ਤੋਂ ਨੇ, ਉਸਤਾਦ ਅਮੀਰ ਮੁਖਤਾਰ ਸਾਹਿਬ ਪਿਪਲਾਂ ਤੋਂ ਨੇ, ਜੇਲਮ ਤੋਂ ਉਸਤਾਦ ਇਫਤਿਹਾਰ ਰਾਜਾ ਕਾਕਾ ਸਾਹਿਬ ਨੇ। ਇਸ ਟਾਈਮ ਅਸੀਂ ਕੋਟਲੀ ਬਜਾੜ ਇਲਾਕਾ ਖਾਰੀਆਂ ਤੇ ਬੈਠੇ ਦੇ ਹਾਂ। ਮੈਨੂੰ ਲੱਗਦਾ ਕਿ ਥੋੜਾ ਸਾਰਾ ਮੈਨੂੰ ਵਿਊ ਸਾਰਿਆਂ ਦਾ ਇਕੱਠਾ ਲੈਣ ਵਾਸਤੇ ਪਿੱਛੇ ਜਾਣਾ ਪੈਣਾ। ਚੌਧਰੀ ਸ਼ਫਾਕਤ ਸਾਹਿਬ ਦੀ ਛੱਤ ਹੈ ਜੀ। ਲੋ ਜੀ, ਉਸਤਾਦ ਅਮੀਰ ਮੁਖਤਾਰ ਸਾਹਿਬ ਚੌਧਰੀ ਰਫਾਕਤ ਸਾਹਿਬ ਦੀ ਛੱਤ ਤੋਂ, ਸ਼ਫਾਕਤ ਸਾਹਿਬ ਦੀ ਛੱਤ ਤੋਂ ਜੀ, ਸ਼ਫਾਕਤ ਸਾਹਿਬ ਦੀ ਛੱਤ ਤੋਂ ਸ਼ੌਕ ਕਰਨਗੇ ਇਸ ਦਫਾ। ਤੇ ਉਸਤਾਦ ਜੀ ਇੱਕ ਜ਼ਰਾ ਪਹਿਲੇ ਨੰਬਰ ਇੱਕ ਜਿਹੜਾ ਰੂਲ 'ਚ ਕੀਤਾ ਗਿਆ ਤੁਹਾਡਾ ਇਤਫਾਕੇ ਰਾਏ ਹੋਈ ਹੈ ਕਿ ਰੰਗ ਦੇ ਬਾਰੇ 'ਚ ਡਿਸਕਸ ਕੀਤੀ ਗਈ ਸੀ ਕਿ ਰੰਗਾਂ ਦੇ ਬਾਰੇ 'ਚ ਕੀ ਡਿਸਕਸ ਹੋਈ ਹੈ ਤੁਹਾਡੀ? ਰੰਗਾਂ ਦੇ ਬਾਰੇ ਇਹ ਡਿਸਕਸ ਹੋਈ ਹੈ ਕਿ ਕੋਈ ਇਸ ਵਿੱਚ ਆਪਸ਼ਨ ਨਹੀਂ, ਮੁਖਤਲਿਫ ਰੰਗ ਵੀ ਲਾ ਸਕਦੇ ਨੇ, ਇੱਕ ਰੰਗ ਵੀ ਲਾ ਸਕਦੇ ਨੇ। ਬਿਹਤਰ ਹੁੰਦਾ ਕਿ ਮੁਖਤਲਿਫ ਰੰਗ ਲਾ ਲਵੇ ਜਾਏ ਕਿ ਇਸ ਵਜ੍ਹਾ ਸੇ ਕਿ ਕਬੂਤਰ ਜਿਹੜੇ ਨਵਾਂ ਮੁਨਸਿਫ ਆਉਂਦੇ ਉਹਦੀ ਪਹਿਚਾਣ ਕਾਫੀ ਅੱਛੀ ਹੋ ਜਾਂਦੀ ਹੈ ਕਿ ਹਰ ਕਬੂਤਰ ਨੂੰ ਮੁਖਤਲਿਫ ਰੰਗ ਜਿਹੜਾ ਹੈ ਲਾਲ ਬਰਾਊਨ ਜਾਂ ਮੁਖਤਲਿਫ ਸਟਾਈਲ ਦੇ ਵਿੱਚ, ਮੁਖਤਲਿਫ ਸਟਾਈਲ ਦੇ ਵਿੱਚ, ਯਾਨੀ ਕਿ ਲਾਲ ਲਾਣਾ ਹੈ ਜਾਂ ਸਬਜ਼ ਲਾਣਾ ਹੈ ਜਾਂ ਜਾਮਨੀ ਲਾਣਾ ਹੈ ਤਾਂ ਮੁਖਤਲਿਫ ਸਟਾਈਲ ਵਿੱਚ ਕਿ ਦੋ ਪਰਾਂ ਤੇ ਲਾ ਲਓ, ਸਾਰਾ ਨੂੰ ਦੋ ਪਰਾਂ ਤੇ ਨਾ ਲਓ, ਇੱਕ ਨੂੰ ਦੋ ਪਰ ਤੇ ਲਾ ਲਓ, ਇੱਕ ਨੂੰ ਇੱਕ ਪਰ ਤੇ ਲਾਲ ਲਾ ਲਓ, ਸਬਜ਼ ਲਾ ਲਓ, ਜਾਮਨੀ ਜਾਂ ਮੁਖਤਲਿਫ ਤਰੀਕੇ ਨਾਲ ਲਾ ਲਓ ਤੇ ਬਿਹਤਰ ਹੈ। ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕਿਸੇ ਵੀ ਪਰਿੰਦੇ ਨੂੰ ਦੂਸਰੇ ਪਰਿੰਦੇ ਵਗੈਰਾ ਦਾ ਰੰਗ ਨਹੀਂ ਲੱਗਾ ਹੋਣਾ ਚਾਹੀਦਾ, ਯਾਨੀ ਕਿ ਸਭ ਦਾ ਡਿਫਰੈਂਸ ਹੋਣਾ ਚਾਹੀਦਾ। ਪਾਬੰਦੀ ਨਹੀਂ ਇਸ ਦੇ ਵਿੱਚ, ਠੀਕ ਹੈ। ਹਾਂ ਉਹੀ ਉਹਦੇ ਵਾਸਤੇ ਨਾ ਕਿ ਕੋਈ ਪਰਿੰਦਾ ਆਪਸ ਵਿੱਚ ਮੈਚ ਨਹੀਂ ਕਰਨਾ ਚਾਹੀਦਾ, ਮੁਨਸਬ ਵਾਸਤੇ ਆਸਾਨੀ ਹੋ ਜਾਏਗੀ ਜ਼ਰਾ। ਪਾਬੰਦੀ ਨਹੀਂ, ਹਾਂ ਪਾਬੰਦੀ ਨਹੀਂ, ਅਗਰ ਕੋਈ ਲਗਾਉਂਦਾ ਤਾਂ ਇਤਰਾਜ਼ ਵੀ ਨਹੀਂ। ਕਿਉਂ ਜੀ? ਐਸਾ ਹੀ ਠੀਕ ਹੈ ਜੀ, ਇਹ ਬੜੇ ਅੱਛੇ ਤਰੀਕੇ ਨਾਲ ਹੋਇਆ। ਦੂਸਰਾ ਕਬੂਤਰ ਦਿਖਾਉਣ ਦਾ ਮਾਮਲਾ ਕਿ ਕਿੰਨੀ ਕੁ ਬੁਲੰਦੀ 'ਚ ਕਬੂਤਰ ਜਿਹੜਾ ਸ਼ੋਅ ਕਰਾਉਣਾ ਹੈ, ਰੰਗ ਨਜ਼ਰ ਆਉਣਾ ਚਾਹੀਦਾ ਕਬੂਤਰ ਦਾ, ਜਿਹੜਾ ਵਾਸਤੇ ਰੰਗ ਨਜ਼ਰ ਆਵੇ ਕਬੂਤਰ ਦਾ, ਠੀਕ ਹੈ। ਤੇ ਉਹ ਕੱਟਣ ਵਾਲਾ ਕਬੂਤਰ ਜਿਹੜਾ ਉਹਦਾ ਇਸ ਰਸੂਲ ਦੇ ਵਿੱਚ ਉਹ ਆਉਂਦੇ ਰੰਗ ਸ਼ੋਅ ਨਹੀਂ, ਦੂਰਬੀਨ ਬਗੈਰ ਉਹਦਾ ਕੱਟਣ ਨਹੀਂ ਹੁੰਦਾ, ਜਿਹੜੇ ਹਾਈਟ ਹੋਈ ਸੀ ਚਮਕਾਰ ਜਿਹੜਾ ਹੁੰਦਾ, ਚਮਕ ਦੇ ਵਿੱਚ ਪਰਿੰਦਾ ਜਿੱਥੇ ਨਜ਼ਰ ਆਉਂਦਾ। ਠੀਕ ਹੋ ਗਿਆ ਜੀ। ਇੱਕ ਹੁੰਦਾ ਚਮਕਾਰ, ਇੱਕ ਮਤਲਬ ਛੋਟਾ ਦੌਰ ਹੁੰਦਾ, ਇੱਕ ਵੱਡਾ ਦੌਰ ਹੁੰਦਾ। ਹਾਈਲਾਈਟ ਕਰ ਛੋਟੇ ਦੌਰ 'ਚ ਆ ਜੇ ਤਾਂ ਤੁਸੀਂ ਦੱਸ ਜਾਓਗੇ ਇਹ ਕਲਰ। ਹਾਂ, ਦਰਮਿਆਨਾ ਦੌਰ ਇੱਕ ਵੱਡੇ ਦੌਰ 'ਚ ਹੈ ਕਬੂਤਰ, ਚਮਕਾਰ ਨਾ ਹੋਵੇ, ਮਤਲਬ ਵੱਡੇ ਦੌਰ 'ਚ ਹੋਵੇ। ਵੱਡੇ ਦੌਰ 'ਚ ਕਬੂਤਰ ਦਾ ਰੰਗ ਬਹੁਤ ਗਹਿਰਾ ਰੰਗ ਲੱਗਾ ਹੋਇਆ। ਤਾਂ ਜੀ ਜਰਾ ਤਫਸੀਲਨ ਵੱਡਾ ਦੌਰ ਦੱਸ ਦਿੱਤਾ ਜਾਏ, ਵੱਡਾ ਦੌਰ ਕਿਹਨੂੰ ਕਿਹਾ ਜਾਂਦਾ? ਪਰ ਤੁਸੀਂ ਕਹਿ ਲਓ ਕਿ ਕਬੂਤਰ ਦਾ ਪਤਾ ਹੈ ਕਬੂਤਰ ਹੈ, ਇਹ ਨਹੀਂ ਪਤਾ ਲੱਗਦਾ ਕਿ ਕਬੂਤਰ ਦਾ ਰੰਗ ਕੀ ਹੈ, ਯਾਨੀ ਕਿ ਗਹਿਰਾਈ ਦੇ ਵਿੱਚ ਜਿਹੜਾ ਹੁੰਦਾ ਪਰਿੰਦਾ, ਵੱਡਾ ਦੌਰ ਕਹਿੰਦੇ ਉਸ। ਠੀਕ ਹੋ ਗਿਆ ਜੀ। ਤੇ ਇੱਕ ਹੋਰ ਜਿਹੜਾ ਮਸਲਾ ਹੈ ਕਿ ਮੁਨਸਫ ਦੀ ਅਹਲੀਅਤ ਕੀ ਰੱਖੀ ਗਈ ਹੈ ਕਿ ਮੁਨਸਫ ਕਿਹੋ ਜਿਹਾ ਹੋਣਾ ਚਾਹੀਦਾ ਹੈ? ਮੁਨਸਫ ਕਬੂਤਰ ਬਾਹਰ ਹੋਣਾ ਚਾਹੀਦਾ, ਪ੍ਰੈਕਟੀਕਲ ਕਬੂਤਰ ਬਾਹਰ ਹੋਣਾ ਚਾਹੀਦਾ, ਆਰਟੀਫੀਸ਼ੀਅਲ ਕਬੂਤਰ ਬਾਹਰ ਨਹੀਂ ਹੋਣਾ ਚਾਹੀਦਾ। ਆਰਟੀਫੀਸ਼ੀਅਲ ਯਾਨੀ ਕਿ ਨਹੀਂ ਹੋਣਾ ਚਾਹੀਦਾ, ਸ਼ੌਕੀਨ ਇੰਜ ਦਾ ਨਹੀਂ ਹੋਣਾ ਚਾਹੀਦਾ ਕਿ ਫਿਰ ਟੁਰ ਕੇ ਸ਼ੌਕ ਕਰ ਲੇ। ਇੱਕ ਦਿਨ ਕਬੂਤਰ ਆਏ ਦੂਸਰੇ ਦਿਨ ਬਚਾ ਨਹੀਂ ਨਾ ਸਕੇ, ਇਹ ਨਹੀਂ ਹੋਣਾ ਚਾਹੀਦਾ। ਕੋਸ਼ਿਸ਼ ਇਹ ਕੀਤੀ ਹੋਈ ਹੈ, ਬਾਕੀ ਬਾਜ਼ੀਆਂ ਦਾ ਕਾਫੀ ਜ਼ਿਆਦਾ ਲੱਗ ਜਾਂਦੀਆਂ ਤੇ ਬੰਦੇ ਨੂੰ ਮਜਬੂਰੀ ਹੋ ਹੀ ਜਾਂਦੀ ਹੈ।
ਆਰਟੀਫੀਸ਼ੀਅਲੀ ਬੰਦੇ ਨੂੰ ਕਰਨੇ ਪੈ ਜਾਂਦੇ ਨੇ ਕੋਈ ਨਾ ਕੋਈ ਮੁਨਸਿਫ ਮਜਬੂਰੀ 'ਚ। ਮਜਬੂਰੀ ਦੇ ਵਿੱਚ। ਇਹ ਕੋਸ਼ਿਸ਼ ਕਰੋ ਕਿ ਤੂੰ ਵਾਈਟ ਦਾ ਸਾਰਾ ਤੋਂ ਵੱਡਾ ਮਸਲਾ ਇਹ ਮੁਨਸਿਫੀ ਵਾਲਾ ਹੀ ਹੈ। ਬਾਕੀ ਸਾਰੇ ਗੁਰਬਾਜ਼ ਭਾਈ ਕੋਈ ਜਾਣ ਬੁੱਝ ਕੇ ਬੇਈਮਾਨੀ ਨਹੀਂ ਕਰਦਾ ਜਾਂ ਕੋਈ ਹੋ ਜਾਂਦਾ ਹੈ ਤੇ ਮੁਨਸਿਫਾਂ ਦੀ ਕੋਤਾਹੀ ਹੁੰਦੀ ਹੈ। ਠੀਕ ਹੈ ਦੋਸਤੋ, ਜਰਾ ਚੱਲਦੇ ਸਾਡੀ ਵੀਡੀਓ ਨੂੰ ਇੱਕ ਦਫਾ ਫਿਰ ਸ਼ੇਅਰ ਕਰੋ ਤਾਂ ਕਿ ਹੋਰ ਵੀ ਦੋਸਤ ਸਾਡੇ ਨਾਲ ਜੁਆਇਨ ਕਰ ਸਕਣ। ਤੇ ਉਸਤਾਦ ਜੀ ਇੱਕ ਹੋਰ ਰੂਲ ਹੈ, ਕਬੂਤਰ ਕਿੰਨੀ ਦੇਰ ਬਾਅਦ ਖੋਲੇ ਜਾਣੇ ਚਾਹੀਦੇ ਨੇ? ਵੈਸੇ ਤੇ ਇਫਤਖਾਰ ਭਾਈ ਕਹਿ ਰਹੇ ਨੇ ਕਿ ਹਰ ਸ਼ਹਿਰ ਦਾ ਆਪਣਾ ਅਸੂਲ ਹੈ। ਹਾਂਜੀ ਦੇਖੋ ਸਾਡੇ ਇਲਾਕੇ ਵਿੱਚ ਕਬੂਤਰ 15 ਮਿੰਟ ਬਾਅਦ ਅਸੀਂ ਛੱਤ ਖੋਲ ਦਿੰਦੇ ਠੀਕ ਹੈ ਹਾਂ ਲੇਕਿਨ ਜਾਲਾਂ ਦੇ ਅੰਦਰ ਜੀ। ਠੀਕ ਹੈ ਜਾਲ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਰੂਲ ਹਨ ਜਿਹੜੇ 12 ਤੋਂ ਲੈ ਕੇ 2 ਵਜੇ ਤੱਕ ਛੱਤ ਖੋਲਨੇ ਠੀਕ ਉਸੇ ਹੈ ਟਾਈਮ ਤੱਕ ਹੀ ਹੈ ਬਸ। ਠੀਕ ਹੈ ਯਾਨੀ ਕਿ ਤੋਂ ਲੈ ਕੇ 2 ਵਜੇ ਤੱਕ ਅਸੀਂ ਚਾਹੇ 10 ਕੱਢੀਏ ਚਾਹੇ 50 ਕੱਢੀਏ ਠੀਕ ਅਸੀਂ ਉਸ ਤੋਂ ਬਾਅਦ ਕਬੂਤਰ ਨਹੀਂ ਕੱਢ ਸਕਦੇ। ਠੀਕ ਹੈ ਤੁਸੀਂ ਆਪਣੀ ਛੱਤ ਤੇ ਇਸ ਤਰ੍ਹਾਂ ਕੱਢੋਗੇ ਇਸ ਤਰ੍ਹਾਂ ਕਬੂਤਰ। ਕੱਢੋਗੇ। ਤੇ ਜੀ ਉਸਤਾਦ ਜੀ ਤੁਸੀਂ? ਅਸੀਂ ਸਿਆਲਕੋਟ ਵੀ ਜਾਂ ਰੂਲ ਹੈ ਆਪਣੇ ਮੁਤਾਬਕ ਕਬੂਤਰ ਖੋਲਾਂਗੇ ਜਿਹੜੇ ਉਹਦੇ ਵਿੱਚ ਚੇਂਜ ਹੋਈ ਹੈ ਜਿਹੜੀ ਸਿਆਲਕੋਟ ਦੇ ਰੂਲ ਦੇ ਵਿੱਚ। ਉਹ ਇਹ ਹੈ ਕਿ ਕਬੂਤਰ ਜਿਹੜੇ ਬਾਅਦ ਦੇ ਵਿੱਚ ਸ਼ਾਮ ਨੂੰ ਨਵੇਂ ਕਬੂਤਰ ਕੱਢਣ ਵਾਲੇ ਇਜ਼ਾਫੇ ਵਾਲਾ ਉਹ ਇਜ਼ਾਫੇ ਵਾਲਾ ਕਾਨੂੰਨ ਤੇ ਅਸੀਂ ਇਤਫਾਕ ਨਹੀਂ ਕੀਤਾ। ਉਸ ਦੇ ਵਿੱਚ ਇਹ ਹੋਇਆ ਕਿ ਜਿਹੜੇ 12 ਤੋਂ 2 ਵਜੇ ਕੱਢਣੇ ਉਹ ਹੀ ਕਬੂਤਰ ਕੱਢਣੇ ਇਜ਼ਾਫਾ ਨਹੀਂ ਕਰ ਸਕਦਾ। ਠੀਕ ਹੈ ਇਹ ਜਿਹੜੇ ਕਾਨੂੰਨ ਨੇ ਇਹ ਮਤਲਬ ਸਾਡੇ ਸਰ ਆਪਸ ਤਿੰਨਾਂ ਆਪਸ ਯਾਨੀ ਕਿ ਜਿਹੜਾ ਸ਼ੌਕ ਤੁਸੀਂ ਇੱਕ ਦੂਸਰੇ ਇਹਨਾਂ ਨੂੰ ਜਿਹੜਾ ਅਸੀਂ ਨਾਂ ਦਾਂਗੇ ਨਾ RMA ਤਿੰਨਾਂ ਦੇ ਵਿੱਚ RMA RMA ਮਤਲਬ ਰਾਜਾ ਅਫਤਾਰ ਕਾਕਾ ਦਾ M ਫਾਰ ਮੀਰ ਮੁਖਤਿਆਰ ਸਾਹਿਬ ਦਾ, A ਫਾਰ ਆਸ਼ਿਕ ਇਹ ਫਿਰ ਆਸ਼ਿਕ ਹੁਸੈਨ ਸਾਹਿਬ ਦੀ ਦਾ। ਠੀਕ ਹੈ ਜੀ। ਕਾਨੂੰਨ ਹੋ ਗਿਆ ਮਤਲਬ ਕਿਸੇ ਹੋਰ ਤੇ ਲਾਗੂ ਨਹੀਂ। ਕਿਸੇ ਤੇ ਲਾਗੂ ਨਹੀਂ ਹੋਣਗੇ। ਠੀਕ ਹੈ ਜੀ। ਅਸਲ ਸਾਡੇ ਆਪਸ ਹੀ ਲੋ ਜੀ ਇਹ ਜਿਹੜੇ ਕਾਨੂੰਨ ਨੇ ਜਿਹੜੇ ਰੂਲਸ ਬਣਾਏ ਗਏ ਨੇ ਜਿਨ੍ਹਾਂ 'ਚ ਥੋੜੀ ਜਿਹੀ ਤਰਮੀਮ ਕੀਤੀ ਗਈ ਹੈ ਇਹ RMA ਗਰੁੱਪ ਜਿਹੜਾ ਹੈ ਯਾਨੀ ਕਿ ਇਹਨਾਂ ਨੇ ਇੱਕ ਦੂਸਰੇ ਨੂੰ ਜਿਹੜੀ ਦਾਵਤ ਤੇ ਸ਼ੌਕ ਦਿੱਤੀ ਹੈ ਇਹ ਸਿਰਫ ਇਹਨਾਂ ਤੇ ਲਾਗੂ ਹੋਣਗੇ, ਕਿਸੇ ਹੋਰ ਪਾਰਟੀ ਤੇ ਇਹ ਜਿਹੜੇ ਰੂਲਸ ਨੇ ਇਹ ਲਾਗੂ ਨਹੀਂ। ਤੇ ਜੀ ਉਸਤਾਦ ਜੀ ਕਬੂਤਰ ਕਿੰਨੇ ਖੋਲਣੇ ਨੇ? ਕੋਈ ਇਹਦੀ ਲਿਮਟ ਹੈ ਵੇ? ਲਿਮਟ ਕੋਈ ਨਹੀਂ ਜਿੰਨੇ ਮਰਜ਼ੀ ਖੋਲੋ ਕਮ ਅਜ਼ ਕਮ 10 ਕਬੂਤਰ ਕਮ ਅਜ਼ ਕਮ 10 ਮਤਲਬ 11 ਜਿੰਨੇ ਉਡਾ ਲੈਣੇ ਉਹਨੇ ਖੋਲੋ। ਹਾਂ ਕਮ ਅਜ਼ ਕਮ 11 10 ਕਬੂਤਰ 11 ਮਰਜ਼ੀ ਹੈ 50 ਖੋਲ ਲਓ। 11 ਕਮ ਅਜ਼ ਕਮ 11 ਮਿਨੀਮਮ 11 ਹੋਣੇ ਸਾਢੇ ਚਾਰ ਤੋਂ 11 ਜ਼ਰੂਰ 11 ਤੇ ਅੱਗੂ ਤੁਹਾਡੀ ਮਰਜ਼ੀ ਹੈ ਲੇਕਿਨ ਉਹ 4 ਪਰ ਛੋੜ ਕੇ ਵਿੱਚੋਂ 4 ਕੱਟੇ ਹੋਣ ਜਾਂ ਬੰਦੇ ਹੋਣ। ਠੀਕ ਹੈ 5 ਕੱਟੇ ਹੋਣ 5 ਪਰ ਪਰ ਕੱਟੇ ਹੋ। 4 ਕੱਟੇ ਵਾਲਾ ਵੈਸੇ ਨਹੀਂ, ਤਿੰਨ ਕੱਟੇ ਵਾਲਾ 4 ਕੱਟੇ ਵਾਲਾ 3 ਕਰ ਲਓ ਤਿੰਨ ਛੱਡ ਕੇ 5 5 ਕੱਟੇ ਹੋਏ। ਠੀਕ ਹੈ 3 ਛੋੜ ਕੇ ਤੇ ਪਰ 5 ਕੱਟੇ ਹੋਣੇ ਚਾਹੀਦੇ ਨੇ। ਬੰਨੀਆਂ ਕੱਟੀਆਂ ਵਾਲੀਆਂ ਬੰਨੀਆਂ ਹੋਣ। ਨੇ ਬੰਨੀਆਂ ਤੇ ਫਿਰ ਉਹ ਬਨੀਆਂ ਨਹੀਂ ਉਹ ਤੇ ਫਿਰ ਕੱਟੀਆਂ ਹੀ ਹੋਣ। ਕੱਟੀਆਂ ਹੁਣ। ਠੀਕ ਹੈ ਕੱਟੀਆਂ ਹੀ ਹੋਣ ਬੰਨੀਆਂ ਨਾ। ਠੀਕ ਹੈ ਉਸਤਾਦ ਜੀ ਇੱਕ ਹੋਰ ਤੁਹਾਡੀ ਥੋੜੀ ਸਾਰੀ ਤਰਮੀਮ ਹੋਈ ਹੈ ਕਿ ਕਬੂਤਰ ਕਟਿਆ ਜਾਂ ਬੰਦਿਆ ਉੱਡ ਜਾਏ ਉੱਤੇ ਥੱਲੇ ਆਉਣ ਵਾਲੇ ਕਬੂਤਰ ਨੂੰ ਟੱਚ ਹੋਈਏ ਕੱਟਿਆ ਪਤਾ ਨਹੀਂ ਹੋਇਆ ਜਿੱਤਲੇ ਨਿਕਲ ਜਾਵੇ ਮਾਲਕ ਦੀ ਗਲਤੀ। ਨਹੀਂ ਮੇਰੇ ਕਹਿਣ ਦਾ ਮਤਲਬ ਹੈ ਕਿ ਕਟਿਆ ਜਿਹੜਾ ਤੁਹਾਡਾ ਉੱਡ ਵੀ ਸਕਦਾ ਹੈ, ਪਟਕ ਸਕਦਾ ਹੈ, ਚੱਕਰ ਪਾ ਸਕਦਾ ਹੈ, ਉਹਦੀ ਕੋਈ ਟੈਨਸ਼ਨ ਨਹੀਂ। ਉਹ ਉੱਤੇ ਜਾ ਕੇ ਦੂਸਰੇ ਕਬੂਤਰ ਨੂੰ ਟੱਚ ਹੋ ਜਾਂਦਾ ਹੈ। ਟੱਚ ਕਰੇਗੀ ਉਹਦਾ ਕੋਈ ਕਟਿਆ ਜਾਂ ਹੈ ਉਹਦਾ ਕੋਈ ਬਣਾਇਆ? ਅਸੀਂ ਜਿਹੜਾ ਤਰਮੀਮ ਕੀਤੀ ਉਹ ਇਹ ਕਿ ਮਾਲਕ ਦੀ ਗਲਤੀ ਕੋਈ ਜਿਹੜਾ ਨਿਕਲ ਹੋ ਜਾਂਦਾ ਜਾਲ ਦੇ ਵਿੱਚੋਂ ਜੀ। ਕਬੂਤਰ ਇਹ ਉਸ ਦੀ ਗੱਲ ਲਿਖੀ ਹੋਈ ਹੈ ਜਿਹੜਾ ਕੋਈ ਗਲਤੀ ਨਾਲ ਨਿਕਲ ਜਾਏ। ਨਿਕਲ ਜਾਵੇ ਠੀਕ ਹੋ ਗਿਆ। ਹੋਰ ਅਗਰ ਉਹਦੀ ਕੀ ਤਰਮੀਮ ਰੱਖੀ ਗਈ? ਅੱਧਾ ਘੰਟਾ ਅੱਧਾ ਘੰਟੇ ਤੱਕ ਉਹਦੀ ਮਾਫੀ ਹੈ ਕਿ ਉੜ ਕੇ ਬੇਸ਼ੱਕ ਘਰ ਬੈਠ ਜਾਵੇ ਉੱਤੇ ਕੋਈ ਡਿਸਟਰਬ ਚਾਹੇ ਹੋ ਵੀ ਗਏ ਤੇ ਨਹੀਂ ਕੱਟਣ ਜਾਣੇ ਕਬੂਤਰ। ਯਾਨੀ ਕਿ ਜਿਹੜਾ ਪਰਿੰਦਾ ਥੱਲੋਂ ਨਿਕਲਿਆ ਗਲਤੀ ਦੇ ਨਾਲ ਉਹ ਅੱਧਾ ਘੰਟਾ ਉੱਡ ਕੇ ਤੇ ਬੈਠ ਜਾਂਦਾ, ਚਾਹੇ ਉਹ ਨਾਲ ਦੂਸਰੇ ਕਬੂਤਰਾਂ ਨਾਲ ਟੱਚ ਹੋਇਆ ਜਾਂ ਨਹੀਂ ਹੋਇਆ, ਉਹਦੀ ਮਾਫੀ ਹੈ। ਉਹਦੀ ਮਾਫੀ ਹੈ। ਉਹਦੀ ਮਾਫੀ ਹੈ ਕਿ ਕੋਈ ਕੱਟਣ ਵੱਡਣ ਹੈ ਨਹੀਂ ਉਹਦੇ ਵਿੱਚ। ਅੱਧੇ ਘੰਟੇ ਤੱਕ ਯਾਦ ਕਰ ਜੇ ਤੇ ਫਿਰ ਇੱਕ ਕਬੂਤਰ ਕੱਟਿਆ ਜਾਏਗਾ। ਉਸ ਤੋਂ ਬਾਅਦ ਇੱਕ ਕਬੂਤਰ ਕੱਟਿਆ ਇੱਕ ਕਬੂਤਰ ਜਿਹਦੇ ਨਾਲ ਟੱਚ ਹੋਏਗਾ ਜਾਂ ਕੋਈ ਵੀ ਕਟਿਆ ਹੋਏ, ਕੋਈ ਵੀ ਇੱਕ ਕਟਿਆ ਜਾਏਗਾ। ਮਰਜ਼ੀ ਛੱਤ ਮਾਰ ਕਟਵਾ ਠੀਕ ਹੈ ਯਾਨੀ ਕਿ ਉਹ ਆਪਸ਼ਨ ਤੇ ਕਿ ਛੱਤ ਮਾਲਕ ਕਿਹੜਾ ਕਟਵਾਉਂਦਾ। ਕੋਈ ਕੱਟਾ ਜਾਏਗਾ ਜਿਹੜਾ ਪਿਆਰ ਹੋਵੇ। ਯਾਨੀ ਕਿ ਉੱਤੋਂ 4 ਕਬੂਤਰ ਨਿਕਲੇ ਨੇ, 4 ਕਬੂਤਰ ਨਿਕਲੇ ਨੇ, ਇੱਕ ਜਾ ਕੇ ਟੱਚ ਹੋ ਗਿਆ ਥੱਲੋਂ। ਇਹ ਵੀ ਹੁੰਦਾ ਨਾ ਭਾਈ ਆਸ਼ਿਕ ਇੱਕ ਨਹੀਂ ਆਇਆ ਜੇ ਘਰ ਮੁੱਚਰੇ ਆ ਰਿਹਾ ਘਰ ਬੈਠਦਾ ਕਬੂਤਰ ਉਹਨੂੰ ਕੱਟਿਆ ਜਾਂਦਾ। ਜਿਹੜਾ ਘਰ ਬੈਠਿਆ ਜਾਣੇ ਨੇ ਉਹਦੇ ਚੋਂ ਇੱਕ ਕੱਟਿਆ ਜਾਣਾ ਹੈ ਛੱਤ ਮਾਲਕ ਦੀ ਮਰਜ਼ੀ ਨਾਲ। ਸਾਰੀ ਜੋ ਉੱਪਰੋਂ ਕੋਈ ਵੀ ਨਾ ਕੋਈ ਫਰਜ਼ ਕੀਤਾ ਉਹ ਤੇ ਫਿਰ ਮਤਲਬ ਉਹ ਤੁਹਾਡੀ ਕਿਸਮਤ ਕੱਟ ਗਈ ਨਾ, ਉਹਦੀ ਕਿਸਮਤ ਕੱਟ ਗਈ। ਯਾਨੀ ਕਿ ਇਹ ਸਾਡੇ ਸ਼ੋਰ ਦੇ ਵਿੱਚ ਇਹ ਗੱਲ ਕਲੀਅਰ ਨਹੀਂ ਹੋਈ। ਇਹ ਜ਼ਰਾ ਕਲੀਅਰ ਕਰੋ ਕਿ ਜਿਹੜੇ ਉੱਤੋਂ ਫਰਜ਼ ਕਰੋ 5 ਕਬੂਤਰ ਉੱਤੋਂ ਨਿਕਲ ਆਏ ਨੇ, ਪਹਿਲੇ ਘਰ ਬੈਠ ਸੀ ਉਹ ਕੱਟਾ ਵੈਸੇ ਜਿਹੜਾ ਪਹਿਲੇ ਬੈਠ ਜਾਏਗਾ ਉਹ ਕਟਿਆ ਜਾਏਗਾ। ਜੀ ਠੀਕ ਹੋ ਗਿਆ ਦੋਸਤੋ, ਕਲੀਅਰ ਹੋਈ ਇਹ ਗੱਲ। ਜ਼ਰਾ ਸਾਡੀ ਵੀਡੀਓ ਨੂੰ ਇੱਕ ਦਫਾ ਜਾਏਗਾ ਜਿਹੜਾ ਮਰਜ਼ੀ ਹੋਵੇ ਮਤਲਬ ਇੱਕ ਕੱਟਿਆ ਜਾਣਾ। ਸਾਜੀ ਜਿਹੜਾ ਮਰਜ਼ੀ ਜਿਹੜਾ ਪਹਿਲਾਂ ਉਹ ਪਹਿਲੇ ਹੀ ਨਾ ਹੋਇਆ ਜਾਂ ਵਾਲਾ ਲਓ ਜੀ ਦੋਸਤੋ ਸਾਡੀ ਵੀਡੀਓ ਨੂੰ ਜ਼ਰਾ ਚੱਲਦੇ ਇੱਕ ਦਫਾ ਸ਼ੇਅਰ ਕਰੋ ਤਾਂ ਕਿ ਹੋਰ ਵੀ ਦੋਸਤ ਜੁੜ ਸਕਣ ਤੇ ਇਸ ਸ਼ੌਕ ਨੂੰ ਦੇਖ ਸਕਣ। 5 ਤੋਂ ਬਾਅਦ ਅਗਰ ਤੁਹਾਡਾ ਕੋਈ ਕਬੂਤਰ ਸ਼ੋਅ ਹੈ
ਪੰਜਾਬ ਦਾ ਕਾਨੂੰਨ ਹੈ। ਥੱਲੇ ਆ ਕੇ ਕੁਝ ਟੁੱਟੇ ਜਾਂਦੇ ਨੇ 5 ਤੋਂ ਬਾਅਦ ਬੈਠਦੇ ਸੁਣੋ ਸ਼ਾਮ ਤੱਕ ਇਹ ਨਜ਼ਰ ਨਹੀਂ ਆਇਆ ਮਗਰਬ ਦੀ ਅਜ਼ਾਨ ਤੱਕ ਕਰਨ ਨਜ਼ਰ ਨਹੀਂ ਆਉਂਦਾ ਫਿਰ ਟੱਚ ਹੋ ਗਿਆ ਫਿਰ ਉੱਠ ਜਾਏਗਾ ਤੁਹਾਡੇ ਚਾਰ ਤੇ ਉਹ ਤੁਹਾਡਾ ਕਿ ਚੇਂਜ ਸੀ ਤੁਸੀਂ ਇਹਦੇ ਬਾਰੇ ਕਰ ਲਓ 5 ਤੋਂ ਬਾਅਦ ਜਿਹੜਾ ਹੈ ਕਬੂਤਰ ਦਾ ਨਜ਼ਰ ਪਾਈ ਇਫਤਖਾਰ ਦੀ ਗੱਲ ਠੀਕ ਹੈ ਕਿ 5 ਤੋਂ ਬਾਅਦ ਤੁਹਾਡਾ ਕੋਈ ਬੈਠਦਾ ਹੈ ਜਾਂ ਨਜ਼ਰ ਆਉਂਦੇ ਨੇ ਆਂਦਾ ਪਿਆ ਕਬੂਤਰ ਫਿਰ ਬੇਸ਼ੱਕ ਬੰਦ ਨਹੀਂ ਚਲੇ ਬਾਤ ਆਗੂ ਤਾਂ 3 ਵਜੇ ਆ ਕੇ ਸਮਾਨ ਚਲਾ ਗਿਆ ਉਹ ਤੇ ਇੱਕ 5 ਦਾ ਟਾਈਮ ਹੈ ਨਾ ਨਹੀਂ ਫਾਰ ਦਾ 5 ਤੋਂ ਬਾਅਦ ਨਜ਼ਰ ਨਹੀਂ ਆਉਂਦਾ ਹਾਂਜੀ 3 ਵਜੇ ਤੋਂ ਬਾਅਦ ਮਤਲਬ ਕਬੂਤਰ ਆ ਕੇ ਸਮਾਨ ਚਲਾ ਜਾਂਦਾ 5 ਵਜੇ ਤੋਂ ਬਾਅਦ ਨਜ਼ਰ ਨਹੀਂ ਆਉਂਦਾ ਫਿਰ ਮਗਰਬ ਦੀ ਅਜ਼ਾਨ ਤੱਕ ਬੈਠੇਗਾ ਫਿਰ ਇਹ ਤੁਹਾਡਾ ਜਿਹੜਾ ਪੁਰਾਣਾ ਕਾਨੂੰਨ ਹੈਗਾ ਪੁਰਾਣਾ ਲਾਗੂ ਹੈ ਉਹ ਕੀ ਕਾਨੂੰਨ ਸਾਡਾ ਇਹ ਕਾਨੂੰਨ ਹੈ ਨਹੀਂ ਜਿਹੜਾ ਪੁਰਾਣਾ ਤੁਹਾਡਾ ਤੁਸੀਂ ਪਹਿਲੇ ਸ਼ੋਅ ਕਰਦੇ ਸੋ ਪਿਪਰਾਂ ਦਾ ਕਾਨੂੰਨ ਜਿਹੜਾ ਹੈ ਉਹਦੇ ਵਿੱਚ ਤੁਹਾਡਾ ਇਹ ਸ਼ਾਮਲ ਸੀ ਰਾਜਾ ਸਾਹਿਬ ਦਾ ਵੀ ਤੁਹਾਡਾ ਵੀ ਇੱਕ ਸ਼ਾਮਲ ਸੀ ਕਿ ਅਗਰ ਕਬੂਤਰ ਨਜ਼ਰ ਨਾ ਆਵੇ ਮੁਨਸਫ 8 ਵਜੇ ਤੱਕ ਮਾਲਕ ਨੂੰ ਯਕੀਨ ਹੋਵੇ ਬੈਠ ਸੀ ਉਹ ਪੰਜਾਬ ਦਾ ਕੱਪ ਦੇ ਰਿਹਾ ਸੀ ਉਹਦੇ ਕਾਨੂੰਨ ਦੇ ਮੁਤਾਬਿਕ ਹਾਂ ਰੂਲ ਦੇ ਮੁਤਾਬਿਕ। ਲੇਕਿਨ ਅਗਰ 3 ਤੋਂ 5 ਵਜੇ ਤੱਕ ਕਬੂਤਰ ਆ ਕੇ ਵਾਪਸ ਜਾਂਦਾ ਹੈ ਉਸ ਤੋਂ ਬਾਅਦ ਨਜ਼ਰ ਨਹੀਂ ਆਉਂਦਾ ਫਿਰ ਮਗਰਬ ਦੀ ਅਜ਼ਾਨ ਤੱਕ ਜੇ ਬਿਲਕੁਲ ਕੋਈ ਨਜ਼ਰ ਨਹੀਂ ਆਉਂਦਾ ਮੁਨਸਫ ਉੱਠ ਜਾਏਗਾ 3 ਵਜੇ ਤੋਂ ਬਾਅਦ ਲੈ ਕੇ 5 ਵਜੇ 7 ਵਜ ਗਏ ਕਬੂਤਰ ਬਿਲਕੁਲ ਕੋਈ ਸ਼ੋਰ ਨਹੀਂ 3 ਵਜੇ ਕਬੂਤਰ ਆਸ਼ਿਕ ਭਾਈ ਸ਼ੋ ਹੋ ਗਿਆ ਉਹ ਤਾਂ 8:30 ਤੱਕ ਜਿਹੜਾ ਲਾਸਟ ਟਾਈਮ ਉਸ ਤੱਕ ਤਾਂ ਬੈਠਣਾ ਹੈ ਚਾਹੇ ਬੰਦ ਹੀ ਹੋ ਜਾਏ अगर कबूतर ऐसे में 3 बजे तक शो नहीं हुए बड़े 5 कबूतर बड़े 7 3 8 3 4 शो हैं 4 शो नहीं हो रहे कबूतर ये 4 शो हैं वो तो उन्होंने कहा कि बैठना है ਜਿਹੜੇ ਇੱਕ ਵੀ ਅਗਰ ਸ਼ੋਅ ਹੋ ਜਾਂਦਾ ਤੇ ਤੁਸੀਂ ਬੈਠਣਾ ਹੈ। 5 के बाद कोई कबूतर फिरता फिर बाकी सारा आस्ते बैठना ਸਾਰੇ ਵਾਸਤੇ ਬੈਠ सारा आस्ते बैठना ਤਾਂ ਉਹੀ ਹੋ ਗਿਆ ਨਾ ਤਰੀਕਾ ਹਾਂਜੀ ਦੋਸਤੋ ਇਹ ਤੁਹਾਨੂੰ ਅਸੀਂ ਸਭ ਬੈਠ ਜਾਵੇ ਬਾਸ ਕਹਿੰਦਾ ਹੁੰਦਾ ਮੁੰਸਾ ਕਹਿੰਦਾ ਮੈਨੂੰ ਨਜ਼ਰ ਨਹੀਂ ਆ ਰਿਹਾ ਠੀਕ ਹੈ ਛੱਤ ਮਾਲ ਕਰ ਰਿਹਾ ਨਜ਼ਰ ਆ ਰਿਹਾ ਉਸ ਤਰ੍ਹਾਂ ਆ ਜਾਂਦਾ नहीं उधर जो है कि मुंह से चेक कर सकते हैं तो ये नहीं उसमें तो वैसे ही मुंह के मुंह से मुंह दे ਉਹ ਤਾਂ ਉਹੀ ਹੋ ਗਿਆ ਨਾ ਤੁਹਾਡਾ ਪੁਰਾਣਾ ਰੂਲ ਹੈ लेकिन नहीं जी कबूतर आजकल लेटर से लगे कबूतर आंदी है पोजीशन होंदी कबूतर पास कर नजर नहीं आती दूरबीन दी हाइट तो ते मुंह से नजर नहीं आती लेकिन कबूतर दा हक खाब खा नहीं मारना चाहिए ਫਿਰ ਉਹੀ ਹੋ ਗਿਆ ਨਾ ਕਿ ਕਬੂਤਰ ਤੁਹਾਨੂੰ ਯਕੀਨ ਹੋਵੇ कबूतर लेकिन ये कि वो 8:30 बजे कहंदा क्यों कौन बेईमानी करदा कि कबूतर छड्डे और घर आके बैठ जावे ਕੰਡੀਸ਼ਨ ਦਾ ਪਤਾ ਚੱਲਦਾ ਨਾ मुंह ਜੇ से बोला तो कहन मुंह से चेक कर सकते कबूतर शामिल ਆ ਜਿਹੜਾ ਉੱਡਿਆ ਕਬੂਤਰ ਆ ਉਹਨੇ ਤੇ ਲੱਭ ਹੀ ਜਾਣਾ ਕਿ ਉੱਡ ਕੇ ਆ ਗਿਆ ਹਾਂਜੀ ਦੋਸਤੋ ਇਹ ਤੁਹਾਨੂੰ ਦਾਵਤ ਤੇ ਸ਼ੌਕ ਦੇ ਇਕੱਠ ਦਾ ਜਿਹੜਾ ਮੰਜ਼ਰ ਏ ਉਡਾਨ ਹੈ ਪਹਿਚਾਨ ਮੰਥਲੀ ਹਾਈ ਫਲਾਇਰ ਮੈਗਜ਼ੀਨ ਫੇਸਬੁੱਕ ਪੇਜ ਓਰੀਜਨਲ ਨਸਲਾਂ ਦੇ ਤੋਸਤ ਨਾਲ ਦਿਖਾਇਆ ਜਾ ਰਿਹਾ ਹੈ ਚਲਦਿਆਂ ਜ਼ਰਾ ਸਾਡੀ ਵੀਡੀਓ ਨੂੰ ਇੱਕ ਦਫਾ ਲਾਈਕ ਐਂਡ ਸ਼ੇਅਰ ਕਰੋ ਨਾਲੇ ਕਾਮਰਾਨ ਅਬਾਸ ਨਕਵੀ ਫੇਸਬੁੱਕ YouTube ਚੈਨਲ ਨੂੰ ਜ਼ਰੂਰ ਤੁਸੀਂ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤੇ ਜੀ ਉਸਤਾਦ ਜੀ ਕਬੂਤਰ ਤਬਦੀਲ ਕਰਨ ਦੀ ਕੰਡੀਸ਼ਨ ਯਾਨੀ ਕਿ ਜਿਹਨੂੰ ਇੱਕ ਨਵਾਂ ਨਾਂ ਦਿੱਤਾ ਗਿਆ ਤੁਸੀਂ ਬੜਾ ਅੱਛਾ ਨਾਂ ਦਿੱਤਾ ਪਾਵਰ ਪਲੇ ਉਹਦੇ ਬਾਰੇ 'ਚ ਕੀ ਤੁਹਾਡਾ ਟਰਮਸ ਐਂਡ ਕੰਡੀਸ਼ਨ ਤੈਅ ਹੋਈਆਂ ਨੇ 11 ਵਜੇ ਅਸੀਂ ਦੋ ਕਬੂਤਰ ਜਿਹੜੇ ਨੇ ਸਾਨੂੰ ਆਪਸ਼ਨ ਨੇ ਪਾਵਰ ਪਲੇ ਦੋ ਕਬੂਤਰ ਅਸੀਂ ਤਬਦੀਲ ਕਰ ਸਕਦੇ ਹਾਂ ਜੀ ਜੀ ਉਹ ਕਿਹੜੀ ਕੰਡੀਸ਼ਨ 'ਚ ਮਤਲਬ ਅਗਰ ਕਬੂਤਰ ਤੰਦਰੁਸਤ ਹੈ ਅਗਰ ਅਸੀਂ ਬਦਲਣਾ ਚਾਹੁੰਦੇ ਸਾਡਾ ਦਿਲ ਕਰਾਂਗੇ ਬਸ ਅਸੀਂ ਬਦਲਣਾ ਮੁਨਸਫ ਨੂੰ ਬਹਾ ਕੇ ਮੁਨਸਫ ਦੀ ਦੁਮ ਕਟੇਗਾ 1 ਇੰਚ ਤਕਰੀਬਨ 1 ਇੰਚ ਮੁਨਸਫ ਦੀ ਕੁਸ਼ਲ ਕਟੇਗਾ ਉਹਦੇ ਬਦਲੇ ਨਾਲ ਛੱਤ ਮਾਰ ਕੇ ਆਣਾ ਅਗਰ ਕਬੂਤਰ ਮਰ ਜਾਂਦਾ ਅਗਲੀ ਉਡਾਰ ਮਤਲਬ 10 ਉਡਾਰੇ ਨਹੀਂ ਉਸ ਤੋਂ ਬਾਅਦ 11 ਕਰ ਲੈਣੀ गारंटी मिलनी है एक तरह से गारंटी मिलनी उसमें ਇੱਕ ਬਾਜੀ ਘੱਟ ਉਡਾਣਾ कोई बीमार मर जाने की शर्त नहीं कबूतर कोई भी ਮਰ ਜਾਵੇ ਜਾਂ ਕੋਈ टाइम ਕੋਈ छड़ गया कबूतर कोई बंद हो गया कबूतर थोड़ी ਖਰਾਬ ਹੋ ਗਿਆ ਤੰਦਰੁਸਤ ਹੈ ਕਿਸੇ ਵੀ ਸੂਰਤ ਦੇ ਵਿੱਚ थोड़े गले पड़ गए वो ਤੁਸੀਂ ਚੇਂਜ ਕਰ ਸਕਦੇ ਹੋ ਲੇਕਿਨ ਇੱਕ ਦਿਨ ਛੱਡ ਕੇ ਦੋ ਕਰ ਸਕਦੇ ਨਹੀਂ ਦੋ ਚੇਂਜ ਕਰ 11 ਬਾਜ਼ੀਆਂ 11 ਬਾਜ਼ੀਆਂ ਦੇ ਵਿੱਚ ਦੋ ਪਰਿੰਦੇ ਸੀ ਦੋ ਦਫਾ ਤੁਹਾਨੂੰ ਪਾਵਰ ਪਲੇ ਮਿਲਦਾ ਹੈ अगर वो दो इकट्ठे चेंज कर रहे हैं तो होते 9 उड़ा से ਹਾਂ फिर 11 कर सकते अगर ਯਾਨੀ ਕਿ एक प्रिंट ले ਲੇਕਿਨ ਉਹਦੇ ਵਿੱਚ ਉਹ ਕਬੂਤਰ ਦੁਬਾਰਾ 11 ਦਿਨਾਂ ਸ਼ਾਮਲ ਬਾਜੀ ਨਹੀਂ ਹੋ ਨਹੀਂ ਸਕਦਾ। ਸ਼ਾਮਲ ਹੀ ਹੋਏਗਾ ਠੀਕ ਹੈ ਉਹ ਆ ਰਿਹਾ ਸੀ ਸਵਾਲ ਅੱਗੇ ਤੁਸੀਂ ਬਿਹਤਰ ਕੀਤਾ ਕਲੀਅਰ ਕਰ ਦਿੱਤਾ ਹੈ ਤੇ ਉਸਤਾਦ ਜੀ ਜਿਹੜਾ ਪਾਵਰ ਪਲੇ ਵੇ ਇਹ ਸਿਰਫ ਪੂਰੀ 11 ਬਾਜ਼ੀਆਂ 'ਚ ਦੋ ਦਫਾ ਯੂਜ਼ ਹੋ ਸਕਦਾ ਹੈ ਹਾਂਜੀ ਦੋ ਦਫਾ ਯੂਜ਼ ਹੋ ਸਕਦਾ ਹੈ ਜੇ ਕੋਈ ਇਕੱਠਾ ਪਾਵਰ ਪਲੇ ਇੱਕ ਦਫਾ ਯੂਜ਼ ਕਰ ਲੇਗਾ ਤਾਂ ਫਿਰ ਅੱਗੋਂ ਨੈਕਸਟ 9 ਪਰਿੰਦੇ ਡਾਏਗਾ ਠੀਕ ਹੈ ਨਹੀਂ ਨਵਾਂ ਸਭ ਨੇ ਇੱਕ ਚੀਜ਼ ਦੋ ਇਕੱਠੇ ਕਰਦਾ ਬਾਅਦ 'ਚ 11 ਕਰ ਲੇਗਾ ਇੱਕ ਦਿਨ ਨੌ ਉਡਾਏਗਾ ਦੋ ਕੱਢ ਕੇ अगले दिन 9 उड़ाएगा 9 ਡਾਏਗਾ ਅਗਲੇ ਦਿਨ ਬਾਅਦ 'ਚ 11 ਕਰ ਲੇਗਾ ਠੀਕ ਹੋ ਗਿਆ ਤੇ ਯਾਨੀ ਕਿ ਜਿਹੜਾ ਪਾਵਰ ਪਲੇ ਤਬਦੀਲ ਕੀਤਾ ਗਿਆ ਪਰਿੰਦਾ ਦੁਬਾਰਾ ਪਾਇਆ ਜਾ ਸਕਦਾ ਵਿੱਚ ਉਹ ਨਹੀਂ ਦੁਬਾਰਾ ਨਹੀਂ ਪਏਗਾ ਸ਼ਾਮਲ ਨਹੀਂ ਹੋ ਸਕਦਾ ਠੀਕ ਹੈ ਤੇ ਉਸਤਾਦ ਜੀ ਪਰਿੰਦੇ ਦੇ ਜ਼ਖਮੀ ਹੋਣ ਦੀ ਤੇ ਤਬਦੀਲੀ ਦੀ ਕੋਈ ਕੰਡੀਸ਼ਨ ਵਿੱਚ ਰੱਖੀ ਗਈ ਹੈ ਅੱਜ ਤਬਦੀਲੀ ਉਹ ਅਗਰ ਪਰਿੰਦਾ ਜ਼ਖਮੀ ਹੋ ਜਾਂਦਾ ਤਾਂ ਜ਼ਖਮੀ ਹੋ ਜਾਏ ਤਾਂ ਨੈਕਸਟ ਡੇ ਹੀ ਉਹ ਅਸੀਂ ਚੇਂਜ ਕਰ ਸਕਦੇ ਹਾਂ ਚੇਂਜ ਕਰ ਸਕਦੇ ਹੋ ਯਾਨੀ ਕਿ ਜ਼ਖਮੀ ਹੋ ਜਾਂਦਾ ਹੈ ਤੇ ਉਸਤਾਦ ਜੀ ਜ਼ਖਮੀ ਹੋਣ ਦੀ ਕੰਡੀਸ਼ਨ ਕੀ ਹੈ ਕਿ ਕਿਸ ਕਿਸਮ ਦਾ ਜ਼ਖਮੀ ਨਹੀਂ ਉਹ ਕੰਮ ਇੱਕ ਤਰ੍ਹਾਂ ਦੇ ਨਿਕਲੇ ਖੂਨ ਦਾ
ਖਰਾਜ ਦੀ ਚਾਹੀਦੀ ਜਾਂ ਬੋਲਾਂ ਦੇ ਪਰ ਪੁੱਟ ਜਾਣੇ ਉੱਡਣ ਦੀ ਗੱਲ ਉਹਦੀ ਮਾਂ ਜਾਂ ਪਰ ਪੁੱਟ ਜਾਂਦੀਆਂ ਉਹਦਾ ਕੰਮ ਕੰਮ ਇੱਕ ਕਤਰਾ ਖੂਨ ਦਾ ਇੱਕ ਕਤਰਾ ਖੂਨ ਦਾ ਜ਼ਰੂਰ ਨਿਕਲੇ। ਠੀਕ ਹੋ ਗਿਆ ਜੀ, ਠੀਕ ਹੈ ਸਰ। ਇੱਕ ਹੋਰ ਚੀਜ਼ ਵਿੱਚ ਤਹਿ ਪਾਈ ਗਈ ਹੈ, ਜਰਾ ਉਹ ਵੀ ਦੋਸਤਾਂ ਨੂੰ ਦੱਸੋ। ਲੇਕਿਨ ਇੱਕ ਮੈਂ ਭਾਈ ਜੀ ਜੀ, ਉਹ ਮਤਲਬ ਜਾਂ ਛੱਤ ਮਾਲਕ ਮੈਂ ਉਹ ਤਲੀ ਆਣ ਲਗਾ। ਉਹ ਸੂਰਜ ਚੇਂਜ ਹੋਏਗਾ ਕਿ ਮੁਨਸਫ ਨੂੰ ਉਸੇ ਟਾਈਮ ਜੋ ਕਬੂਤਰ ਬੈਠੇ ਜੀ ਜੀ ਜਸਟ ਇਨ ਜੀ, ਮੈਂ ਉਹੀ ਉਸਤਾਦ ਜੀ ਕਹਿਣ ਲੱਗਾ ਕਿ ਜਿਹੜਾ ਜ਼ਖਮੀ ਪਰਿੰਦਾ ਹੈ, ਮਾਲਕ ਉਸ ਪਰਿੰਦੇ ਨੂੰ ਉਨੀ ਦੇਰ ਤੱਕ ਹੱਥ ਨਹੀਂ ਲਾ ਸਕਦਾ ਜਿੰਨੀ ਦੇਰ ਤੱਕ ਮੁਨਸਫ ਨੂੰ ਨਾ ਦਿਖਾ ਲੇ। ਹਾਂ ਮੁਨਸਫ ਕਿਆ ਇਹੀ ਕੰਡੀਸ਼ਨ ਤੈਅ ਹੋਈ ਹੈ? ਜਰਾ ਡਿਟੇਲ ਨਾਲ ਦੱਸ ਦਿਓ। ਇਹ ਸਾਹਮਣੇ ਉਤਾਰ ਸਕਦਾ, ਹੱਥ ਲਾਉਣ ਦਾ ਮਕਸਦ ਨਹੀਂ, ਦੇਖੋ ਜੀ ਅਗਰ ਸਾਹਮਣੇ ਉਤਾਰਦਾ ਉਹੀ ਹੈ, ਸਾਹਮਣੇ ਉਤਾਰ ਕੇ ਲਿਆ। ਸਾਹਮਣੇ ਉਤਾਰ ਦਾ ਮਤਲਬ ਹੈ ਕਿ ਮੁਨਸਫ ਨੂੰ ਦਿਖਾ ਕੇ ਮੁਨਸਫ ਕੀ ਵਿਕ ਕਰੇਗਾ ਕਿ ਭਾਈ ਮੈਂ ਇਹ ਉਤਾਰਨ ਦਾ ਪਰਿੰਦਾ ਜ਼ਖਮੀ ਹੈ, ਅੰਦਰ ਖੜ ਕੇ ਤੇ ਅੱਧੇ ਘੰਟੇ ਬਦਲੇ ਹੱਥ ਨਹੀਂ ਦਿਖਾ ਸਕਦਾ, ਵੀ ਸਾਹਮਣੇ ਮਸਲਾ ਸਾਹਮਣੇ ਉਤਾਰਦਾ ਨਾ, ਯਾਨੀ ਕਿ ਪਰਿੰਦਾ ਉਹਨੂੰ ਮੁਨਸਫ ਨੂੰ ਦਿਖਾ ਕੇ। ਜੇ ਕਬੂਤਰ ਉੱਤੋਂ ਹੀ ਆਉਂਦਾ ਹੈ, ਕੱਚ ਕੋਲ ਜ਼ਖਮੀ ਹੋ ਗਏ ਹੈ ਤੇ ਉਹਦਾ ਪਤਾ ਹੀ ਨਹੀਂ, ਮਾਲਕ ਨੂੰ ਵੀ ਨਹੀਂ ਲੱਗਦਾ, ਤੇ ਜੇ ਬਾਅਦ ਹੀ ਉਹ ਖੁੱਡੇ ਹੀ ਬੜੇ ਖੁਰਾਕ ਦੇਣ ਵਾਸਤੇ ਕੋਈ ਗੱਲ ਨਹੀਂ, ਤੇ ਉਹਨੂੰ- ਫਿਰ ਉਹ ਆ ਸਕਦਾ ਕਿ ਉਹ ਮਾਲਕ ਦੀ ਗੱਲ ਕੀ ਰਾਗ ਦੇ ਨੇ ਦੇਣਾ ਮਾਲਕ ਸਾਹਮਣਾ ਦੀ ਕਿਤੇ ਸਹੀ ਠੀਕ ਹੈ। ਜ਼ਖਮੀ ਹੋ ਗਈ ਨਹੀਂ ਅਗਰ ਦੇਖੋ ਜੀ ਉੱਤੋਂ ਇਸ ਜ਼ਖਮੀ ਨੂੰ ਹੋ ਗਏ। ਕਲੀਅਰ ਕਰ ਦਿਓ, ਅਗਰ ਕਬੂਤਰ ਤੁਹਾਡਾ ਨਹੀਂ ਸਾਹਮਣੇ ਲੱਗੜ ਪੈਂਦਾ, ਬੁਲੰਦੀ 'ਚ ਕਬੂਤਰ ਜ਼ਖਮੀ ਹੋ ਗਿਆ, ਉਹ ਆ ਕੇ ਬੈਠਾ ਹੈ, ਮਾਲਕ ਲਾਣ ਤੋਂ ਪਹਿਲਾਂ ਉਸੇ ਵਕਤ ਮੁਨਸਫ ਨੂੰ ਬੁਲਾਏ। ਜੀ ਬਿਲਕੁਲ, ਮੈਂ ਇਹੀ ਪੁੱਛ ਰਿਹਾ ਵਾਂ ਕਿ ਜੇ ਪਰਿੰਦਾ ਜ਼ਖਮੀ ਹੈ, ਪਰਿੰਦਾ ਜ਼ਖਮੀ ਹੈ ਤਾਂ ਮਾਲਕ ਆਪ ਹੀ ਨਹੀਂ ਉਹਨੂੰ ਉਤਾਰ ਸਕਦਾ ਜਿੰਨੀ ਦੇਰ ਤੱਕ ਮੁਨਸਫ ਨੂੰ ਨਾ ਦਿਖਾ ਲੇ ਕਿ ਜ਼ਖਮੀ ਪਰਿੰਦਾ ਉੱਤੇ ਬੈਠਾ ਵਾ। ਮੇਰੇ ਕਹਿਣ ਦਾ ਇਹੀ ਮਤਲਬ ਸੀ ਕਿ ਇਹੀ ਕੰਡੀਸ਼ਨ ਤੈਅ ਹੋਈ ਹੈ। ਤੇ ਇਹਦਾ ਉਸਤਾਦ ਜੀ ਸਾਹਮਣੇ ਮੁਨਸਫ ਲੱਗੜ ਤਸਦੀਕ ਪੈ ਕਰੇਗਾ। ਉਹਦੇ ਮੁਨਸਫ ਮੁਨਸਫ ਹੋ ਗਿਆ, ਉਹਦੇ ਪਤਾ ਚੱਲ ਗਿਆ, ਬਾਅਦ ਇੱਕ ਬੁਲੰਦੀ ਜੋ ਕਬੂਤਰ ਬਾਅਦ ਦਫਾ ਪੈਂਦਾ ਹੈ, ਜੀ, ਉਹ ਜੀ, ਆਉਂਦਾ ਥੱਲੇ ਬਿਲਕੁਲ। ਤੇ ਆ ਕੇ ਬੰਦੇ ਨੂੰ ਮਤਲਬ ਸਾਹਮਣੇ ਹੁੰਦਾ ਸਮਝ ਨਹੀਂ। ਨਹੀਂ ਬੰਦਾ ਪਕੜਦਾ ਤੇ ਪਤਾ ਲੱਗਦਾ ਉਸੇ ਚ ਕੋਈ ਥੋੜੀ ਬਹੁਤ ਰਹਿਤ ਹੋ ਸਕਦੀ ਹੈ ਹਾਂਜੀ। ਬੰਦੇ ਇਹ ਮੁਨਸਫ ਕਿਸ ਤਰ੍ਹਾਂ ਕਰ ਸਕਦਾ ਕਿ ਉਹ ਜ਼ਖਮ ਜਿਹੜਾ ਹੋਣਾ, ਜਿਹੜਾ ਉੱਪਰੋਂ ਹੋਇਆ ਨਾ, ਜਿਹੜਾ ਖੁਸ਼ਕ ਹੋਇਆ ਨਹੀਂ, ਉਹ ਪਤਾ ਚੱਲ ਜਾਂਦਾ ਹੈ। ਉਹ ਜੀ ਪਤਾ ਲੱਗ ਜਾਂਦਾ ਹੈ। ਨਹੀਂ, ਜਿਹੜਾ ਪਰਿੰਦਾ ਉੱਤੋਂ ਜ਼ਖਮੀ ਆਂਦਾ ਹੈ, ਫਰਜ਼ ਕਰੋ ਕਿ ਸਾਹਮਣੇ ਨਹੀਂ, ਜਦੋਂ ਆ ਕੇ ਬੈਠਦਾ ਤਾਂ ਪਤਾ ਚੱਲਦਾ ਕਿ ਜ਼ਖਮੀ ਹੋਇਆ ਹੈ। ਪੁਰਾਣਾ ਹੈ ਉਹ ਮੇਰਾ ਨਹੀਂ ਫੈਸਲਾ ਕਰ ਸਕਦਾ ਉਹਦਾ ਕਿ ਰਹਿਤ ਜੀ, ਜੀ, ਬਿਲਕੁਲ। ਮੌਕੇ ਤੇ ਕਿ ਯਾਰ ਬਾਕੀ ਸਭ ਕੁਝ ਹੋ ਗਿਆ, ਪਤਾ ਇਸ ਨੂੰ ਨਹੀਂ ਚੱਲਾ ਤੇ ਪ੍ਰਬੰਧ ਉਸ ਕਰ ਲਿਆ, ਕੋਈ ਗੱਲ ਨਹੀਂ ਸੀ ਐਸੀ ਨਹੀਂ। ਤੇ ਉਸਤਾਦ ਜੀ ਬਿਹਤਰ ਨਹੀਂ ਕਿ ਜਦੋਂ ਆ ਕੇ ਪਰਿੰਦਾ ਬੈਠਾ ਮਾਲਕ ਨੂੰ ਤਾਂ ਪਤਾ ਚੱਲ ਗਿਆ ਕਿ ਜ਼ਖਮੀ ਹੈ, ਉਹ ਮੁਨਸਫ ਨੂੰ ਬੁਲਾ ਲੇ ਕਿ ਭਈ ਇਹ ਦੇਖ ਲੈ ਇਹ ਜ਼ਖਮੀ ਪਰਿੰਦਾ ਮੈਂ ਲਾਣ ਲਗਾ। ਤਾਂ ਮਾਲਕ ਨੂੰ ਪਤਾ ਨਹੀਂ ਵੀ ਚੱਲਦਾ ਤੇ ਮਾਲਕ ਫੜਦੇ ਤਾਂ ਉਹਨੂੰ ਸਮਝ ਲੱਗਦੀ ਕਿ ਜ਼ਖਮੀ ਤੋਂ ਫਿਰ ਵੀ ਮੂੰਹ ਸੇ ਦੱਸ ਸਕਦਾ ਹੈ। ਠੀਕ ਹੋ ਗਿਆ। ਇੱਕ ਆਖਰੀ ਸਵਾਲ ਜੀ ਉਸਤਾਦ ਜੀ ਕੀ ਕਹਿ ਰਹੇ? ਲੇਕਿਨ ਮੁਨਸਫ ਨਹੀਂ ਕਿ ਮੁਨਸਫ ਨੂੰ ਮਾਲਕ ਸ਼ਾਇਦ ਦੱਸੇਗਾ ਕਿ ਮੈਂ ਇਹਦਾ ਫੈਸਲਾ ਕੱਲ ਕਰਾਂਗਾ, ਅਗਾਹ ਜ਼ਰੂਰ ਕਰੇ ਮੁਨਸਫ ਨੂੰ। ਠੀਕ ਹੈ, ਅਗਰ ਮੈਂ ਪਰਿੰਦਾ ਕੰਡੀਸ਼ਨ ਚ ਹੋਇਆ ਕਿ ਮੈਂ ਉਡਾ ਲਾਂਗਾ, ਅਗਰ ਨਾ ਉਡਾ ਹੋਇਆ ਫਿਰ ਮੈਂ ਤਬਦੀਲ ਕਰ ਲਾਂਗਾ। ਠੀਕ ਹੈ ਜੀ। ਉਹ ਕਬੂਤਰ ਨੂੰ ਤਕਰੀਬਨ ਅੱਧੇ ਘੰਟੇ ਚ ਪਹਿਲਾਂ ਮੁਨਸਫ ਨੂੰ ਦੱਸ ਸਕਦੇ ਹੋ। ਉਹ ਤਾਂ ਉਸੇ ਜੀ ਉਸਤਾਦ ਜੀ ਤੁਹਾਡੀ ਜਿਹੜੀ ਇਨਸਾਫ ਕਮੇਟੀ ਉਹਦੇ ਬਾਰੇ ਕੋਈ ਡਿਟੇਲ ਦੱਸੋ। ਐਸ ਜਿਹੜਾ ਤੁਹਾਡਾ ਆਪਣਾ ਕੀ ਨਾਮ ਰੱਖਿਆ ਗਿਆ ਟੂਰਨਾਮੈਂਟ ਦਾ? RMA RMA ਰਾਜਾ REM ਅਮੀਰ ਈ ਨਾ ਇਹ ਜੇ ਇਹ ਆਂਦਾ ਹੈ, REM ਇਹ ਆਂਦਾ ਹੈ, ਇਹ ਆਂਦਾ ਹੈ। ਇਹ ਸਹੀ ਹੈ ਜੀ, ਠੀਕ ਹੈ। ਸੋਖਾ ਨਾਮ ਹੈ ਨਾ ਮੁਖਤਾਰ ਜੀ ਕਹਿਣਾ। ਤੁਹਾਡਾ ਇਹ ਜਿਹੜਾ ਗਰੁੱਪ ਦਾ ਸ਼ੌਕ ਹੋ ਰਿਹਾ, ਜਿਹੜਾ ਦਾਅਵਤ ਤੇ ਸ਼ੌਕ ਇੱਕ ਦੂਸਰੇ ਨੂੰ ਦਿੱਤੀ ਗਈ ਹੈ, ਐਸ ਦਾਵਤ ਦੇ ਇਨਸਾਫ ਕਮੇਟੀ ਦੇ ਬਾਰੇ ਚ ਪਿਪਲਾ ਇਨਸਾਫ ਕਮੇਟੀ ਪਿਪਲਾ ਇਤਫਾਕ ਕਬ ਦੀ ਹੋਣੀ ਹੈ ਨਾ, ਉਹੀ ਸ਼ਾਂਤੀ ਨਾਲ ਭਾਈਆਂ ਨੂੰ ਕਬੂਲ ਹੈ। ਠੀਕ ਹੈ। ਜਿਹੜੀ ਕਮੇਟੀ ਇਹਨਾਂ ਦਾ ਇਨਸਾਫ ਕੰਮ ਕਰਾ ਰਹੇ ਨਾ ਪਿਪਲਾਂ ਦੀ ਤਰਫੋਂ ਹੋਏਗਾ, ਠੀਕ ਹੈ, ਉਹ ਅਸੀਂ ਵੀ ਉਡਾ ਰਹੇ ਹਾਂ, ਇਹ ਵੀ ਉਡਾ ਰਹੇ ਨੇ, ਉਹ ਵੀ ਉਡਾ ਰਹੇ ਨੇ। ਠੀਕ ਹੈ। ਉਹਦੇ ਅੰਦਰ ਇਹ ਜਿਹੜੀ ਕਮੇਟੀ ਬਣੇਗੀ ਉਹ ਹੀ ਕਮੇਟੀ ਸਾਰਿਆਂ ਦੇ ਫੈਸਲੇ ਉਸੇ ਦੇ ਮੰਨਿਆ ਜਾਏ। ਉਹ ਚ ਇਮਤਿਆਜ਼ੀ ਦਾ ਸਾਹਿਬ ਹੋਣਗੇ ਸਾਡੇ। ਯਾਨੀ ਕਿ ਉਹ ਬਣਾਉਣਗੇ ਸਾਰੇ। ਯਾਨੀ ਕਿ ਜਿਹੜੇ ਤੁਹਾਡੀ ਪਿਪਲਾਂ ਦਾ ਟੂਰਨਾਮੈਂਟ ਉੱਡ ਰਿਹਾ ਹੈ ਹਾਂਜੀ ਪੰਜਾਬ ਕਾਫੀ ਪੰਜਾਬ ਕੱਪ ਦੇ ਵਿੱਚ, ਉਹ ਇਨਸਾਫ ਕਮੇਟੀ ਹੋਏਗੀ ਤੇ ਉਹਦੇ ਚ ਉਸਤਾਦ ਇਮਤਿਆਜ਼ ਹੀਰਾ ਬੀਨਾ ਵਾਲੇ ਜਿਹਨਾਂ ਉਹਨਾਂ ਨੂੰ ਵੀ ਐਡ ਕੀਤਾ ਜਾਏਗਾ। ਪਹਿਲੇ ਵੀ ਸਾਡੇ ਜਿਹਨ ਆਲਰੇਡੀ ਹੈ ਉਹ ਉਹ ਆਲਰੇਡੀ ਤੁਹਾਡੇ ਉਸ ਵਿੱਚ ਹੈ ਇਨਸਾਫ ਕਮੇਟੀ ਚ। ਲੋ ਜੀ ਠੀਕ ਹੋ ਗਿਆ ਜੀ, ਕਲੀਅਰ ਹੋ ਗਏ ਸਾਰੇ ਰੂਲ ਜਿਹੜੇ ਥੋੜੀ ਜਿਹੀ ਤਬਦੀਲੀ ਹੋਈ ਸੀ ਦੋਸਤਾਂ ਨੂੰ। ਜੀ ਦੋਸਤੋ ਤੁਸੀਂ ਸੁਣ ਲਿਆ ਜਿਹੜਾ ਦਾਅਵਤ ਤੇ ਸ਼ੌਕ ਇੱਕ ਦੂਸਰੇ ਨੂੰ ਦਿੱਤਾ ਗਿਆ, ਉਹਦੇ ਜਿਹੜੀ ਥੋੜੀ ਬਹੁਤੀ ਤਰਮੀਮ ਕੀਤੀ ਗਈ ਸੀ, ਬੜੀ ਖੁਸ਼ ਸਲੂਬੀ ਦੇ ਨਾਲ ਬੈਠ ਕੇ ਇਕੱਠਿਆਂ। ਉਹਨਾਂ ਦੇ ਸਾਰਿਆਂ ਦਾ ਇਹੀ ਕੋਈ ਲਾਗੂ ਹੋਣਾ ਜੀ। ਹਾਂਜੀ ਉਹ ਪਾਰਟੀ ਹੈ ਨਾ ਇਹ ਜਿਹੜਾ ਇਹ ਬੜੇ ਅੱਛੇ ਤਰੀਕੇ ਨਾਲ ਉਮੀਦ ਕਰਨੇ ਆ, ਸਾਡੀ ਸਭ ਪਾਰਟੀ ਬੜੀ ਸਫਾਈ ਦੇ ਨਾਲ ਤੇ ਅੱਛੇ اخلاق ਦੇ ਨਾਲ ਇਹ ਸ਼ੋਅ ਕੀਤਾ ਜਾਏਗਾ। ਤੇ ਇਹ ਤੁਹਾਨੂੰ ਦਿਖਾਇਆ ਗਿਆ ਹੈ ਦਾਵਤ ਤੇ ਸ਼ੌਕ ਦਾ ਨਜ਼ਾਰਾ। ਉਡਾਨ ਹੈ ਪਹਿਚਾਨ ਮੰਥਲੀ ਹਾਈ ਫਲਾਇਰ ਫੇਸਬੁੱਕ ਪੇਜ ਓਰੀਜਨਲ ਨਸਲੇ ਦੇ ਦੋਸਤ ਦੇ ਨਾਲ। ਜੀ ਦੋਸਤੋ ਸਾਰਿਆਂ ਤੇ ਫੇਰ ਦੇਈ ਜੀ ਕੈਮਰਾ। ਲਓ ਜੀ, ਲਓ ਜੀ, ਆ ਜਿਹੜੇ ਬੰਦੇ ਬੈਠੇ ਦੇ ਨੇ ਇਕੱਠ ਦੇ ਵਿੱਚ, ਸਭ ਦੋਸਤਾਂ ਨੂੰ ਦੇਖ ਲਓ ਜੀ।
ਤੇ ਸਾਡੀ ਵੀਡੀਓ ਨੂੰ ਇੱਕ ਦਫਾ ਜ਼ਰਾ ਚੱਲਦਿਆਂ ਚੱਲਦਿਆਂ ਲਾਈਕ ਐਂਡ ਸ਼ੇਅਰ ਕਰੋ ਤਾਂ ਕਿ ਲਓ ਜੀ ਸਭ ਦੋਸਤ ਬੈਠੇ ਦੇ ਨੇ। ਜਿੱਦੀ ਵਾਲੀ ਭਾਜੀ ਤੁਸੀਂ ਲਾਈਕ ਐਂਡ ਸ਼ੇਅਰ ਕਿਹਾ ਬੰਦਾ ਤਾਂ ਜ਼ਬਰਦਸਤੀ ਕਰਾ ਰਿਹਾ। ਉਸਤਾਦ ਜੀ ਅਲਹਮਦੁਲਿਲਾ ਸਾਨੂੰ ਜ਼ਾਜ਼ ਹਾਸਲ ਹੈ ਕਿ ਸਾਨੂੰ ਇੱਕ ਟਾਈਮ 'ਚ 35 ਤੋਂ 40 ਹਜ਼ਾਰ ਬੰਦਾ ਵੇਖਦਾ ਹੁੰਦਾ ਹੈ ਪੂਰੀ ਦੁਨੀਆ ਦੇ ਵਿੱਚ, ਪਾਕਿਸਤਾਨ, ਇੰਡੀਆ, ਬੰਗਲਾਦੇਸ਼, ਯੂਰਪ। ਬਸ ਨਕਲੀ ਵਾਲੇ ਤੁਹਾਡਾ ਜੀ ਉਹ ਵੀ ਸਾਡੇ, ਮੈਂ ਉਹਨਾਂ ਦਾ ਸਿਆਲਕੋਟ ਦਾ ਐਡੀਟਰ ਹਾਂ, ਉਹਦੇ ਨਾਲ ਹੀ ਮੇਰਾ ਇਲਹਾ ਕੇ ਉਸ ਰਸਾਲੇ ਨਾਲ ਹੀ ਸਾਡਾ ਇੱਕ ਉਹਦਾ ਪੇਜ ਚੱਲ ਰਿਹਾ ਓਰੀਜਨਲ ਨਸਲੇ ਦੇ ਨਾਂ ਤੋਂ ਫੇਸਬੁੱਕ ਤੇ, ਉਹਦੇ ਤੋਂ ਉਸ ਨਾਲ ਸਾਰਾ ਅਸੀਂ ਇੰਟਰਨੈਸ਼ਨਲ ਦਿਖਾ ਰਹੇ ਹਾਂ। ਆਸਮਾਨ ਦੇ ਉਹ ਕੀ ਫਿਰ ਬੰਦ ਨਹੀਂ ਚੱਲ ਰਿਹਾ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਨਹੀਂ ਕੁਝ ਕਹਿਣਾ ਚਾਹੋਗੇ ਤੇ ਦੱਸ ਦਿਓ। ਹਾਂਜੀ ਦੋਸਤੋ ਲੋ ਜੀ ਅੱਜ ਲਾਈਵ ਐਟ 9 ਤੇ ਨਹੀਂ ਹੋ ਸਕਿਆ, ਇਹ ਤੁਹਾਨੂੰ ਨਜ਼ਾਰਾ ਕਰਾਇਆ ਸੀ। ਦੋਸਤਾਂ ਨੂੰ ਬੜਾ ਸ਼ੁਕਰੀਆ ਤੁਹਾਡੇ, ਜਿਹੜੇ ਤੁਸੀਂ ਪਟਾਕੇ ਪਾ ਰਹੇ ਹੋ, ਆਪਣੀਆਂ ਮੁਹੱਬਤਾਂ ਦੇ ਸਾਨੂੰ ਦਿਲ ਭੇਜ ਰਹੇ ਹੋ। ਤੇ ਇਨਸ਼ਾਅੱਲਾ ਤੁਹਾਡੇ ਨਾਲ ਕੱਲ ਲਾਈਵ ਐਟ 9 ਦੇ ਵਿੱਚ ਮੁਲਾਕਾਤ ਹੋਏਗੀ ਜੀ। ਉਸਤਾਦ ਜੀ 1 ਮਿੰਟ ਜੀ ਦੋਸਤੋ ਸਾਡੇ ਨਾਲ ਹੀ ਰਹੋ ਜੀ। ਉਸਤਾਦ ਜੀ 1 ਮਿੰਟ ਲੋ ਜੀ। ਉਸਤਾਦ ਜੀ ਕੁਝ ਦੱਸਣ ਲੱਗੇ ਨੇ ਕੋਈ ਰੂਲ ਦੇ ਬਾਰੇ ਚ ਜੀ। ਝੰਡੀ ਦੇ ਮੁਤਲਕ ਸੁਬਾ ਜਿਹੜਾ ਮਤਲਬ ਟਾਈਮ ਹੈ, ਝੰਡੀ ਮਤਲਬ ਜੀਓ ਟਾਈਮ ਦੇ ਮੁਤਾਬਕ ਹੋਏਗੀ। ਘੜੀਆਂ 'ਚ ਫਰਕ ਹੋਵੇ, ਟਾਈਮ ਸ਼ਾਰਟ ਹੋਵੇ, ਕਬੂਤਰ ਉਡਾ ਕੇ ਤੇ ਬਾਅਦ 'ਚ ਮੁਨਸਬ ਆਪਣੀਆਂ ਘੜੀਆਂ ਟੈਲੀ ਕਰ ਦੇ ਛੱਤ ਮਾਰਨ ਨਾਲ। ਔਰ ਅਗਰ ਮੁਨਸਬ ਸ਼ੱਕ ਪਵੇ ਜੀਓ ਆਨਲਾਈਨ ਕਰਕੇ ਮਤਲਬ ਪਾਕਿਸਤਾਨ ਸਟੈਂਡਰਡ ਟਾਈਮ ਉਹਨੂੰ ਆਨਲਾਈਨ ਕਰਕੇ ਉਹ ਜਦੋਂ ਮਤਲਬ ਉਹ ਤਬਦੀਲੀ ਹੋ ਸਕਦੀ ਹੈ। ਨਹੀਂ ਕਿ ਅਗਰ 1 ਮਿੰਟ 2 ਮਿੰਟ ਦਾ ਫਰਕ ਹੈ, ਛੱਤ ਮਾਰ ਕਹਿੰਦਾ ਨਹੀਂ ਜੀ ਮੈਂ ਤੇ ਇਸ ਟਾਈਮ ਨਾਲ ਉਡਾਇਆ ਸਰ, ਇਸ ਤਰ੍ਹਾਂ ਨਹੀਂ ਹੋਏਗਾ। ਟਾਈਮ ਵਕਤ ਜਿਹੜਾ ਜੀਓ ਦਾ ਹੋਏਗਾ, ਠੀਕ ਹੈ ਜੀ। ਅਗਰ ਕੋਈ ਛੱਤ ਮਾਲਕ ਮਤਲਬ 2-3 ਮਿੰਟ ਮਤਲਬ ਲੇਟ ਹੋ ਜਾਂਦਾ ਹੈ ਕਿਸੇ ਵਜ੍ਹਾ ਨਾਲ, ਉਹਦੀ ਝੰਡੀ ਦਾ ਟਾਈਮ ਘੱਟ ਜਾਏਗਾ, 2 ਮਿੰਟ ਹੋ ਜਾਏਗਾ। ਅਗਰ ਉਹ 4 ਮਿੰਟ ਹੋ ਗਏ ਨੇ ਫਿਰ 1 ਮਿੰਟ ਦਾ ਝੰਡੀ ਦਾ ਟਾਈਮ ਰਹੇਗਾ। ਅਗਰ 5 ਮਿੰਟ ਹੋ ਗਏ ਨੇ, 5 ਮਿੰਟ ਦੇ ਅੰਦਰ ਅੰਦਰ ਮਤਲਬ ਉਹ ਸ਼ੂਟ ਹੋਏਗੀ। ਮਤਲਬ ਜੇ 5 ਮਿੰਟ ਮੁਕੰਮਲ ਹੋ ਗਏ ਨੇ ਫਿਰ ਉਹ ਝੰਡੀ ਟਾਈਮ ਕੋਈ ਨਹੀਂ ਹੋਏਗਾ, ਕਬੂਤਰ ਉਡਾਏਗਾ। ਟਾਈਮ ਉਹਦਾ ਨਹੀਂ ਕਿ ਜੀਓ ਦਾ ਟਾਈਮ ਨਹੀਂ ਹੈ, ਜੀਓ ਸਟੈਂਡਰਡ ਟਾਈਮ ਤੇ ਪਾਕਿਸਤਾਨ ਸਟੈਂਡਰਡ ਟਾਈਮ ਦੇ ਮੁਤਾਬਕ ਹੋਏਗਾ। ਲੋ ਜੀ ਦੋਸਤੋ ਇੱਕ ਆਖਰੀ ਜਿਹੜੀ ਟਰਮਸ ਸੀ ਉਹ ਉਸਤਾਦ ਆਸ਼ਿਕ ਹੁਸੈਨ ਸਾਹਿਬ ਨੇ ਦੱਸ ਦਿੱਤੀ ਹੈ ਤੇ ਸਾਨੂੰ ਇਜਾਜ਼ਤ ਦਿਓ ਤੇ ਕੱਲ ਇਨਸ਼ਾਅੱਲਾ ਲਾਈਵ ਐਟ 9 ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਹੋਏਗੀ। ਇਸ ਚੀਜ਼ ਦੇ ਬਾਰੇ ਵਿੱਚ ਡਿਸਕਸ ਕਰਾਂਗੇ। ਜਿੰਨੇ ਵੀ ਦੋਸਤਾਂ ਨੇ ਸਲਾਮ ਕਿਹਾ ਸਭ ਦੋਸਤਾਂ ਨੂੰ ਵਾਲੇਕਮ ਸਲਾਮ ਤੇ ਜਿਨ੍ਹਾਂ ਤਾਰੀਫੀ ਕਲਮਾਤ ਕਹੇ ਨੇ ਤਹਿ ਦਿਲ ਤੋਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਸਾਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ, ਲਾਈਕ ਕਰੋ ਨਾ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ। ਬਹੁਤ ਸ਼ੁਕਰੀਆ ਤੁਹਾਡਾ ਦੋਸਤੋ। अस्सलाम वालेकुम ते रब रखा जी।